ਸ਼੍ਰੀ ਅਕਾਲ ਸਾਰਿਆਂ ਦਾ। ਅੱਜ ਦੇ ਮੇਰੇ ਬਲੌਗ ਦੇ ਵਿੱਚ ਅੱਜ ਦਾ ਮੇਰਾ ਬਲੌਗ ਹੈ ਰਿਗਾਰਡਿੰਗ ਸਟੱਡੀ। ਹਾਂਜੀ, ਹੁਣ ਜਦੋਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਜਾਂ ਕੋਈ ਵੀ ਮਿਲੇਨੀਅਲਸ ਨੇ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਹੁੰਦਾ ਕਿ ਸਟੱਡੀ 'ਤੇ ਆਈਏ, ਕਿੱਦਾਂ ਦੀ ਸਟੱਡੀ ਲੈ ਕੇ ਆਈਏ ਅਤੇ ਕਿੰਨੇ ਪੈਸੇ ਲੱਗਣਗੇ, ਉੱਥੇ ਖਰਚੇ ਨਿਕਲ ਜਾਣਗੇ, ਸਟੱਡੀ ਤੋਂ ਬਾਅਦ ਵਰਕ ਪਰਮਿਟ ਮਿਲੂਗਾ, ਵਰਕ ਪਰਮਿਟ ਤੋਂ ਬਾਅਦ PR ਕਦੋਂ ਹੋਊਗੀ, ਕਿਹੜਾ ਪ੍ਰੋਗਰਾਮ ਚੂਜ਼ ਕਰੀਏ, ਕਿਹੜਾ ਫੀਲਡ ਚੂਜ਼ ਕਰੀਏ, ਜੇ ਕੋਈ ਫੀਲਡ ਚੂਜ਼ ਕਰੀਏ ਤਾਂ ਉਹਦੇ ਵਿੱਚ ਕਿੰਨੀ ਜ਼ਿਆਦਾ ਗਰੋਥ ਹੈ, ਕਿੰਨੀ ਜ਼ਿਆਦਾ ਸਕੋਪ ਹੈ। ਸੋ ਆਈ ਵਿਲ ਟਰਾਈ ਟੂ ਕਵਰ ਅ ਲੋਟ ਆਫ ਥਿੰਗਸ ਇਨ ਦਿਸ ਬਲੌਗ। ਅਤੇ ਮੈਂ ਇਸ ਬਲੌਗ ਦੇ ਵਿੱਚ ਰੈਂਡਮ ਸਾਰੀਆਂ ਚੀਜ਼ਾਂ ਕਵਰ ਕਰਨ ਦੀ ਕੋਸ਼ਿਸ਼ ਕਰੂੰਗੀ ਫਰੋਮ ਸਟਾਰਟਿੰਗ। ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਦੇ ਵਿੱਚ ਆਪਾਂ ਸ਼ੁਰੂ ਤੋਂ ਸ਼ੁਰੂ, ਜਦੋਂ ਕੋਈ ਵੀ ਬੰਦਾ ਕੈਨੇਡਾ ਨਹੀਂ ਪਹੁੰਚਦਾ ਉਸ ਤੋਂ ਪਹਿਲਾਂ ਵਾਲਾ ਜੋ ਸਾਰਾ ਪ੍ਰੋਸੀਜਰ ਹੁੰਦਾ, ਜਿਹੜੇ ਸਟੈਪਸ ਹੁੰਦੇ ਨੇ, ਉਹਨਾਂ ਦੀ ਗੱਲ ਕਰਦੇ ਹਾਂ। ਸੋ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਪਲੱਸ ਟੂ ਇਜ਼ ਅ ਰਿਕੁਆਇਰਮੈਂਟ, ਬੇਸਿਕ ਰਿਕੁਆਇਰਮੈਂਟ ਹੈ। ਪਲੱਸ ਟੂ ਤੋਂ ਬਾਅਦ ਬੰਦਾ ਆਇਲਸ ਕਰਦਾ, ਆਇਲਸ ਤੋਂ ਬਾਅਦ ਬੰਦਾ ਸਟੱਡੀ ਅਟੈਂਪਟ ਕਰਦਾ। ਤਾਂ ਹੁਣ ਇਹਦੇ ਵਿੱਚ ਦੋ ਫੈਕਟਰ ਆ ਜਾਂਦੇ ਨੇ ਕਿ ਪਲੱਸ ਟੂ ਤੋਂ ਬਾਅਦ ਕੈਨੇਡਾ ਆ ਜਾਵੇ ਜਾਂ ਡਿਗਰੀ ਤੋਂ ਬਾਅਦ। ਬੇਸਿਕ ਕੁਐਸਚਨ ਹੁੰਦਾ ਕਿ ਹਾਂ ਪਲੱਸ ਟੂ ਕਰ ਲਈ ਆ, ਹੁਣ ਕੀ ਅੱਗੇ ਡਿਗਰੀ ਕਰੀਏ ਇੰਡੀਆ ਦੇ ਵਿੱਚ ਜਾਂ ਅੱਗੇ ਸਟੱਡੀ ਕਰੀਏ ਕੈਨੇਡਾ ਦੇ ਵਿੱਚ। ਤਾਂ ਇਹਦੇ ਜਵਾਬ ਦੇ ਵਿੱਚ ਦੇਅਰ ਕੈਨ ਬੀ ਅ ਨੰਬਰ ਆਫ ਵੇਜ਼। ਹੁਣ ਇਹਦਾ ਜਵਾਬ ਦੇਣਾ ਇੰਨਾ ਈਜ਼ੀ ਨਹੀਂ ਹੈਗਾ, ਇਹਦੇ ਵਿੱਚ ਬੜੇ ਸਟੈਪਸ ਹੁੰਦੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਖੁਦ ਨੂੰ ਵੈਲਿਊਏਟ ਕਰਨਾ ਚਾਹੀਦਾ। ਇੱਕ ਕਾਪੀ ਅਤੇ ਪੈਨ ਲਓ ਅਤੇ ਆਪਣੇ ਬਾਰੇ ਲਿਖੋ ਕਿ ਹਾਂ ਤੁਸੀਂ 10ਵੀਂ ਤੱਕ ਸਟੱਡੀ ਕੀਤੀ, ਤੁਹਾਨੂੰ ਸਟੱਡੀ 'ਚ ਇੰਟਰਸਟ ਕਿਸ ਚੀਜ਼ 'ਚ ਆ, ਤੁਸੀਂ ਪਲੱਸ ਟੂ ਮੈਡੀਕਲ ਕੀਤੀ, ਨੋਨ ਮੈਡੀਕਲ ਕੀਤੀ, ਆਰਟਸ ਕੀਤੀ, ਅਤੇ ਤੁਸੀਂ ਅੱਗੇ ਪਰਸਿਊ ਕੀ ਕਰਨਾ ਚਾਹੁੰਦੇ ਹੋ। ਹੁਣ ਮੇਰੇ ਕੇਸ ਦੇ ਵਿੱਚ ਮੈਂ ਬੀਟੈਕ ਕੀਤੀ ਇੰਡੀਆ ਦੇ ਵਿੱਚ। ਆਈ ਡਿਡ ਮਾਈ ਮਾਸਟਰਸ ਫਰੋਮ ਕੈਨੇਡਾ। ਮੈਂ ਮਾਸਟਰਸ ਕੈਨੇਡਾ 'ਚ ਕੀਤੀ ਅਤੇ ਉਸੇ ਬੇਸਿਸ 'ਤੇ ਆਪਣੀ PR ਲਗਾਈ ਅਤੇ ਆਈ ਗੋਟ ਮਾਈ ਪਰਮਾਨੈਂਟ ਰੈਜ਼ੀਡੈਂਸੀ ਔਨ ਦੈਟ ਬੇਸਿਸ। ਸਹੀ ਹੈ, ਇਹ ਮੇਰਾ ਆਪਣਾ ਢੰਗ ਸੀਗਾ, ਆਪਣੀ ਸੋਚ ਸੀਗੀ ਇਹਨੂੰ ਲੈ ਕੇ। ਬਟ ਹੁਣ ਹਰੇਕ ਬੰਦੇ ਦਾ ਆਪਣਾ ਆਪਣਾ ਤਰੀਕਾ ਆ। ਤਾਂ ਇਹਦੇ ਵਿੱਚ ਤੁਸੀਂ ਕਾਉਂਸਲਿੰਗ ਲੈ ਸਕਦੇ ਹੋ ਕਿਸੇ ਦੀ ਕਿ ਮੈਂ ਕੀ ਕਰਾਂ ਲਾਈਫ ਦੇ ਵਿੱਚ, ਅਤੇ ਇਹ ਇੰਟਾਇਰਲੀ ਤੁਹਾਡੀ ਚੋਇਸ ਆ ਕਿ ਤੁਸੀਂ ਪਲੱਸ ਟੂ ਤੋਂ ਬਾਅਦ ਇੱਥੇ ਆਉਣਾ ਜਾਂ ਡਿਗਰੀ ਤੋਂ ਬਾਅਦ। ਬਟ ਮੇਰੀ ਰਿਕਮੈਂਡੇਸ਼ਨ, ਸੋ ਆਈ ਐਮ ਸੇਇੰਗ ਇਟ ਅਗੇਨ ਕਿ ਮੇਰੀ ਰਿਕਮੈਂਡੇਸ਼ਨ, ਸੋ ਪਲੱਸ ਟੂ ਤੋਂ ਬਾਅਦ ਤੁਸੀਂ ਇੱਥੇ ਆਉਣੇ ਹੋ, ਤੁਸੀਂ ਡਿਪਲੋਮਾ ਲੈਣੇ ਹੋ, ਯੂ ਆਰ ਪੇਇੰਗ ਅ ਲੋਟ ਆਫ ਮਨੀ। ਤੁਸੀਂ ਬਹੁਤ ਸਾਰਾ ਪੈਸਾ ਡਿਪਲੋਮੇ ਲਈ ਪੇ ਕਰ ਸਕਦੇ ਹੋ। ਇੰਡੀਆ ਦੇ ਵਿੱਚ ਤੁਸੀਂ ਉਹੀ ਪੈਸਿਆਂ ਦੇ ਵਿੱਚ ਇੱਕ ਵਧੀਆ ਚੰਗੀ ਡਿਗਰੀ ਕਰ ਸਕਦੇ ਹੋ, ਅਤੇ ਤੁਸੀਂ ਡਿਪਲੋਮੇ ਲਈ ਪੈਸੇ ਪੇ ਕਰਦੇ ਹੋ। ਫਿਰ ਉਸ ਤੋਂ ਬਾਅਦ ਯੂ ਸਟਰਗਲ, ਸਮ ਪੀਪਲ ਸਟਰਗਲ ਟੂ ਗੈਟ ਅ ਜੋਬ। ਕਈ ਲੋਕਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਨੌਕਰੀ ਦੇ ਵਿੱਚ ਜੋਬ ਲੈਣ ਲਈ, ਅਤੇ ਕਈਆਂ ਨੂੰ ਉਹਦੇ ਲਈ ਪੇ ਵੀ ਕਰਨਾ ਪੈਂਦਾ, LMI ਲੈਣੀ ਪੈਂਦੀ ਹੈ, ਫਿਰ PR ਹੁੰਦੇ ਆ। ਅਤੇ ਇਹ ਸਾਰੀ ਪ੍ਰੋਸੈਸ ਡਿਫੀਕਲਟ ਹੁੰਦੀ ਆ। ਬਟ ਅਗੇਨ ਇਹ ਵੇਰੀ ਕਰਦੀ ਆ ਪਰਸਨ ਟੂ ਪਰਸਨ। ਕਈ ਲੋਕਾਂ ਨੂੰ ਵਧੀਆ ਲੋਕ ਮਿਲ ਜਾਂਦੇ ਆ, ਵਧੀਆ ਇੰਪਲੋਏ ਮਿਲ ਜਾਂਦੇ ਆ, ਉਹ PR ਈਜ਼ੀ ਕਰਾ ਦਿੰਦੇ ਨੇ। ਕਈਆਂ ਨੂੰ ਮੂਵ ਕਰਨਾ ਪੈਂਦਾ, ਬ੍ਰਿਟਿਸ਼ ਕੋਲੰਬੀਆ ਛੱਡ ਕੇ ਉਹਨਾਂ ਨੂੰ ਮੈਨੀਟੋਬਾ ਜਾਣਾ ਪੈਂਦਾ। ਤਾਂ ਇੱਕ ਬਹੁਤ ਹੀ ਟੀਡੀਅਸ ਪ੍ਰੋਸੈਸ ਹੁੰਦਾ, ਜਿਹਦੇ ਕਰਕੇ ਇੱਕ ਤਾਂ ਉਹ 18 ਸਾਲ ਦੀ ਉਮਰ ਤੋਂ ਬਾਅਦ ਇੱਥੇ ਆ ਕੇ ਸਿੱਧੇ ਸਟਰਗਲੀ ਫੇਸ 'ਚ ਪੈ ਜਾਂਦੇ ਨੇ, ਦਿੱਕਤਾਂ ਹੁੰਦੀਆਂ ਨੇ। ਇਹਦਾ ਪ੍ਰੋਸ ਕੀ ਆ, ਇਹਦਾ ਬੈਨੀਫਿਟ ਕੀ ਆ ਕਿ ਕਿੱਥੇ ਜਿਹੜਾ ਬੰਦੇ ਨੇ 4 ਸਾਲ ਇੰਡੀਆ ਦੇ ਵਿੱਚ ਲਾਉਣੇ ਆ, ਉਹਨੇ ਇੱਥੇ ਆ ਕੇ ਸ਼ੁਰੂ ਤੋਂ ਸ਼ੁਰੂ ਕਰਨਾ। ਬਟ ਕਿੱਥੇ ਬੰਦਾ ਪਲੱਸ ਟੂ ਤੋਂ ਬਾਅਦ ਆ ਕੇ ਸਿੱਧਾ ਉਹ ਸਟਰਗਲ ਕਰਕੇ 4-5 ਸਾਲਾਂ ਬਾਅਦ ਉਹ PR ਹੋ ਜਾਂਦਾ ਐਂਡ ਉਹਦੀ ਜ਼ਿੰਦਗੀ ਨੋਰਮਲ ਹੋ ਸਕਦੀ ਹੈ 22 ਸਾਲ ਦੀ ਉਮਰ 'ਚ, ਹੈ ਨਾ। ਤਾਂ ਬਟ ਆਈ ਵੁੱਡ ਰਿਕਮੈਂਡ ਕਿ ਹਾਂ ਇੰਡੀਆ ਦੇ ਵਿੱਚ ਇੱਕ ਵਧੀਆ ਫੀਲਡ ਚੂਜ਼ ਕਰੋ, ਉਹਦੀ ਸਟੱਡੀ ਕਰੋ, ਫਿਰ ਉਹਦੀ ਫਰਦਰ ਸਟੱਡੀ ਇੱਥੇ ਕਰਨ ਆਓ, ਜਿਹਦੇ ਵਿੱਚ ਤੁਸੀਂ ਮਾਸਟਰਸ ਵੀ ਕਰ ਸਕਦੇ ਹੋ। ਬੈਚਲਰਸ ਇੱਥੇ ਥੋੜ੍ਹੀ ਜਿਹੀ ਐਕਸਪੈਂਸਿਵ ਹੈ ਕੈਨੇਡਾ 'ਚ, ਬਟ ਮਾਸਟਰਸ ਕਿਉਂਕਿ 1-2 ਸਾਲ ਦੀ ਹੁੰਦੀ ਹੈ ਤਾਂ ਕਰਕੇ ਥੋੜ੍ਹੀ ਜਿਹੀ ਅਫੋਰਡੇਬਲ ਹੋ ਜਾਂਦੀ ਹੈ ਬੈਚਲਰਸ ਦੇ ਕੰਪੈਰੀਜ਼ਨ 'ਚ। ਤਾਂ ਤੁਸੀਂ ਇੱਥੇ ਆ ਕੇ ਮਾਸਟਰਸ ਕਰ ਸਕਦੇ ਹੋ ਅਤੇ ਆਪਣੇ ਫੀਲਡ 'ਚ ਗਰੋ ਕਰ ਸਕਦੇ ਹੋ। ਬਟ ਹਾਂ, ਜੇ ਤੁਹਾਡੇ ਲਾਈਫ ਦਾ ਮੇਨ ਮੋਟਿਵ ਹੈ ਕਿ ਤੁਸੀਂ ਇੰਨੀ ਸਟੱਡੀਜ਼ ਨਹੀਂ ਕਰਨਾ ਚਾਹੁੰਦੇ, ਤੁਸੀਂ ਸਿਰਫ ਈਜ਼ੀ ਪੈਸਾ ਕਮਾਉਣਾ ਚਾਹੁੰਦੇ ਹੋ ਅਤੇ ਇੱਥੇ ਆ ਕੇ ਪਹਿਲਾਂ ਬਸ PR ਲੈ ਕੇ ਫਿਰ ਕੁਛ ਆਪਣੇ ਫੀਲਡ ਦੇ ਵਿੱਚ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਸਕਿੱਲ ਲੈ ਕੇ ਉਹਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਤਾਂ ਇਟਸ ਇੰਟਾਇਰਲੀ ਯੂਅਰ ਚੋਇਸ। ਇਹ ਤੁਹਾਡੀ ਚੋਇਸ ਹੈ ਵੀ ਇੱਦਾਂ ਕਰਨਾ ਚਾਹੁੰਦੇ ਹੋ। ਆਪਸ਼ਨਸ ਕੈਨੇਡਾ ਲਈ ਪਲੱਸ ਟੂ ਤੋਂ ਬਾਅਦ ਜਦੋਂ ਤੁਸੀਂ ਆਉਣੇ ਹੋ, ਤੁਹਾਡੇ ਕੋਲ ਇੱਕ ਆਪਸ਼ਨ ਹੁੰਦੀ ਹੈ ਵੀ ਤੁਸੀਂ ਬੈਚਲਰਸ ਕਰੋ, ਇੱਕ ਆਪਸ਼ਨ ਹੁੰਦੀ ਹੈ ਤੁਸੀਂ ਡਿਪਲੋਮਾ ਕਰੋ। ਬਟ ਬੈਚਲਰਸ ਇਜ਼ ਰੀਅਲੀ ਐਕਸਪੈਂਸਿਵ। ਬੈਚਲਰ ਬਹੁਤ ਐਕਸਪੈਂਸਿਵ ਪੈਂਦੀ ਆ ਅਤੇ ਡਿਪਲੋਮਾ ਉਹਦੇ ਕਾਇੰਡ ਆਫ ਚੀਪਰ ਪੈਂਦਾ ਆ। ਅਤੇ ਡਿਪਲੋਮੇ ਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਆ ਕਿ ਤੁਸੀਂ 2 ਸਾਲ ਦਾ ਇੱਦਾਂ ਦਾ ਡਿਪਲੋਮਾ ਲੈ ਕੇ ਆਓ, ਜਿਸ ਤੋਂ ਬਾਅਦ ਤੁਹਾਡੇ ਜੇ ਇਨ ਕੇਸ ਇਨ ਫਿਊਚਰ ਤੁਸੀਂ ਡਿਗਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕ੍ਰੈਡਿਟਸ ਟ੍ਰਾਂਸਫਰ ਹੋ ਜਾਣ। ਕਈ ਡਿਗਰੀਜ਼ ਨੇ, ਜਿੱਦਾਂ ਨਰਸਿੰਗ ਦੇ ਕਈ ਡਿਪਲੋਮੇ ਨੇ, ਪਹਿਲਾਂ ਬੰਦਾ ਡਿਪਲੋਮਾ ਕਰਦਾ ਅਤੇ ਉਸ ਤੋਂ ਬਾਅਦ ਨਰਸਿੰਗ ਦੀ ਅੱਗੇ ਡਿਗਰੀ ਕਰ ਸਕਦਾ। ਸੋ ਇਹ ਚੀਜ਼ ਨੂੰ ਦੇਖ ਕੇ ਆਓ ਜੇ ਅੱਗੇ ਤੁਸੀਂ ਫਰਦਰ ਸਟੱਡੀ ਕਰਨਾ ਚਾਹੁੰਦੇ ਹੋ।
ਜੇ ਤੁਸੀਂ ਬੈਚਲਰਸ ਕਰਕੇ ਆ ਰਹੇ ਹੋ ਜਾਂ ਮਾਸਟਰਸ ਕਰਕੇ ਆ ਰਹੇ ਹੋ ਤਾਂ ਬੈਚਲਰਸ ਤੋਂ ਬਾਅਦ ਕੀ ਹੁੰਦਾ ਕਿ ਤੁਸੀਂ ਇੱਥੇ ਆ ਕੇ ਮਾਸਟਰਸ ਵੀ ਕਰ ਸਕਦੇ ਹੋ ਤੇ ਪੀਜੀ ਡਿਪਲੋਮਾ ਵੀ ਕਰ ਸਕਦੇ ਹੋ, ਡਿਪੈਂਡਸ ਅਪੋਨ ਯੋਰ ਚੋਇਸ। ਵੀ ਤੁਸੀਂ ਮਾਸਟਰ ਥੋੜ੍ਹੀ ਐਕਸਪੈਂਸਿਵ ਹੁੰਦੀ ਆ, ਬੈਚਲਰਸ ਦੇ ਵਿੱਚ ਡਿਪਲੋਮੇ ਦੇ ਵਿੱਚ ਜਿਹੜਾ ਪੋਸਟ ਗ੍ਰੈਜੂਏਟ ਡਿਪਲੋਮਾ ਹੁੰਦਾ ਉਹਦੇ ਵਿੱਚ ਥੋੜ੍ਹੇ ਘੱਟ ਪੈਸੇ ਲੱਗਦੇ ਆ। ਸੋ ਇਹ ਵੀ ਤੁਹਾਡੀ ਚੋਇਸ ਹੈ ਕਿ ਤੁਸੀਂ ਮੇਨ ਚੋਇਸ ਹੈ ਕਿ ਫੀਲਡ ਦੀ, ਕਿ ਕਿਹੜੇ ਫੀਲਡ ਹਾਈਐਸਟ ਪੇਇੰਗ ਨੇ, ਕਿਹੜੇ ਫੀਲਡ ਲੋਐਸਟ ਪੇਇੰਗ ਨੇ, ਕਿਤੇ ਤੁਹਾਨੂੰ ਜ਼ਿਆਦਾ ਫਾਇਦਾ ਹੁੰਦਾ। ਸਭ ਤੋਂ ਵਧੀਆ ਫੀਲਡ ਹੈ ਕੰਪਿਊਟਰ। ਜੇ ਕੋਈ ਵੀ ਸਟੱਡੀ ਤੁਸੀਂ ਕਰ ਰਹੇ ਹੋ ਰਿਲੇਟਡ ਟੂ ਕੰਪਿਊਟਰਸ ਤਾਂ ਉਹ ਸਟੱਡੀ ਇੱਥੇ ਆ ਕੇ ਵਧੀਆ ਤੁਹਾਨੂੰ ਪੇ ਆਫ ਕਰ ਸਕਦੀ ਆ। ਅਤੇ ਸੈਕਿੰਡ ਚੀਜ਼ਾਂ ਹੁੰਦੀਆਂ ਨੇ ਸਕਿਲਡ ਟ੍ਰੇਡਸ, ਜਿੱਦਾਂ ਹੁਣ ਕਈ ਲੋਕ ਇਲੈਕਟ੍ਰੀਕਲ ਦਾ ਕੰਮ ਕਰਦੇ ਆ, ਘਰਾਂ ਦੇ ਵਿੱਚ ਪਲੰਬਿੰਗ ਦਾ ਕੰਮ ਕਰ ਸਕਦੇ ਆ। ਇਹ ਸਾਰੇ ਸਕਿੱਲ ਵਰਕਸ ਨੇ ਅਤੇ ਇਹ ਵੀ ਇੱਕ ਹਾਈ ਪੇਇੰਗ ਜੋਬਸ ਨੇ ਕੈਨੇਡਾ ਦੇ ਵਿੱਚ। ਅਤੇ ਇੱਕ ਹੋਰ ਚੀਜ਼ ਆ ਜਿਵੇਂ ਜਿਹਦੇ ਵਿੱਚ ਟਰੱਕਿੰਗ ਆ ਜਾਂਦਾ। ਜੇ ਤੁਹਾਨੂੰ ਡਰਾਈਵਿੰਗ ਪਸੰਦ ਆ, ਤੁਸੀਂ ਇੰਡੀਆ ਦੇ ਵਿੱਚ ਜਿਵੇਂ ਜ਼ਿਆਦਾਤਰ ਕੀ ਹੁੰਦਾ ਲੜਕਿਆਂ ਨੂੰ ਉਹਨਾਂ ਨੂੰ ਗੱਡੀਆਂ ਵਗੈਰਾ ਚਲਾਉਣਾ ਪਸੰਦ ਆ, ਅਤੇ ਤੁਸੀਂ ਟਰੱਕਿੰਗ ਵੀ ਐਜ਼ ਅ ਕਰੀਅਰ ਪਰਸਿਊ ਕਰ ਸਕਦੇ ਹੋ। ਜਿਹੜਾ ਵੀ ਇੱਕ ਹਾਈਐਸਟ ਪੇਇੰਗ ਕੈਰੀਅਰ ਤੇ ਹੁੰਦਾ ਇੰਡੀਆ ਦੇ ਵਿੱਚ। ਆਪਾਂ ਨੂੰ ਆਪਣੇ ਲੈਵਲਸ ਹੁੰਦੇ ਨੇ, ਓਕੇ ਆਹ ਆਫਿਸਰ ਆ, ਇਹ ਆਫਿਸਰ ਨਹੀਂ ਹੈਗਾ, ਇਹ ਆਹ ਵਾਲੇ ਗ੍ਰੇਡ 'ਤੇ ਕੰਮ ਕਰ ਰਿਹਾ, ਉਹ ਇਹ ਕਲੀਨਿੰਗ ਕਰ ਰਿਹਾ, ਇਹਨੂੰ ਘੱਟ ਪੈਸੇ ਮਿਲਦੇ ਆ। ਬਟ ਇੱਥੇ ਤੁਹਾਡੀ ਸਕਿੱਲ 'ਤੇ ਬਹੁਤ ਡਿਪੈਂਡ ਕਰਦਾ ਕਿ ਤੁਸੀਂ ਕੀ ਕੰਮ ਕਰਨਾ। ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੈਗਾ, ਉਹ ਟ੍ਰੇਡਸ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਕੰਮ ਕਰਕੇ ਵਧੀਆ ਪੈਸੇ ਕਮਾ ਸਕਦੇ ਹੋ। ਅਤੇ ਇੱਥੇ ਕੋਈ ਡਿਸਟਿੰਕਸ਼ਨ ਨਹੀਂ ਕਿ ਇਹ ਚੰਗਾ ਕੰਮ ਹੈ ਮਾੜਾ, ਉਹ ਵਧੀਆ ਵਰਕ ਪਰਮਿਟ ਵੱਲ। ਇੱਥੇ ਜਦੋਂ ਤੁਸੀਂ ਆ ਜਾਂਦੇ ਹੋ ਤੁਸੀਂ ਸਟੱਡੀ ਕਰ ਲੈਂਦੇ ਹੋ। ਇਸ ਤੋਂ ਬਾਅਦ ਵਰਕ ਪਰਮਿਟ ਡਿਪੈਂਡ ਕਰਦਾ ਤੁਹਾਡੀ ਸਟੱਡੀ ਦੇ ਉੱਤੇ। ਜਿੱਦਾਂ ਮੈਂ ਮਾਸਟਰਸ ਕੀਤੀ ਸੀਗੀ ਅਤੇ ਮੇਰਾ 1 ਸਾਲ ਦਾ ਪ੍ਰੋਗਰਾਮ ਸੀਗਾ, ਬਟ ਮੈਨੂੰ 3 ਸਾਲ ਦਾ ਵਰਕ ਪਰਮਿਟ ਮਿਲਿਆ। ਅਤੇ ਉਹ ਵੀ ਮੈਂ ਇੱਕ ਰੀਲ ਪਾਈ ਸੀਗੀ, ਉਹਦੇ ਵਿੱਚ ਮੈਨੂੰ ਬਹੁਤ ਕੁਐਸਚਨਸ ਆਏ ਸੀਗੇ ਕਿ ਤੁਹਾਨੂੰ ਕਿੱਦਾਂ 3 ਸਾਲ ਦਾ ਵਰਕ ਪਰਮਿਟ ਮਿਲਿਆ। ਸੋ ਇਹ ਕਈ ਪ੍ਰੋਗਰਾਮਸ ਹੁੰਦੇ ਨੇ ਜਿਨ੍ਹਾਂ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿਖਿਆ ਹੁੰਦਾ ਯੂ ਕੈਨ ਕੰਪਲੀਟ ਦੈਮ ਇਨ 24 ਮੰਥਸ ਔਰ 1 ਈਅਰ ਔਰ 14 ਮੰਥਸ। ਜਿਨ੍ਹਾਂ ਦੀ ਡਿਸਕ੍ਰਿਪਸ਼ਨ 'ਚ ਲਿਖਿਆ ਹੁੰਦਾ ਵੀ ਤੁਸੀਂ ਆਹ ਪ੍ਰੋਗਰਾਮ ਹੈਗਾ ਤਾਂ ਇਹ 14 ਮੰਥ ਦਾ, ਬਟ ਇਹ ਪ੍ਰੋਗਰਾਮ ਤੁਸੀਂ 1 ਸਾਲ ਦੇ ਵਿੱਚ ਕੰਪਲੀਟ ਕਰ ਸਕਦੇ ਹੋ। ਇਹ ਤੁਹਾਡੀ ਚੋਇਸ ਆ। ਅਤੇ ਉਹ ਪ੍ਰੋਗਰਾਮਸ ਦੇ ਵਿੱਚ ਜਿਹੜੀ ਉਹਦੀ ਮੇਨ ਡਿਊਰੇਸ਼ਨ ਹੋਊਗੀ, ਭਾਵੇਂ ਤੁਸੀਂ ਉਹਨੂੰ 1 ਸਾਲ 'ਚ ਕੰਪਲੀਟ ਡਿਊਰੇਸ਼ਨ ਨੂੰ ਧਿਆਨ ਵਿੱਚ ਰੱਖ ਕੇ ਉੱਦਾਂ ਦਾ ਹੀ ਵਰਕ ਪਰਮਿਟ ਮਿਲੂ। ਕਿਉਂਕਿ ਇੱਥੇ ਰੂਲ ਆ, ਜੇ ਕੋਈ ਤੁਸੀਂ ਪੜ੍ਹਾਈ 14 ਮਹੀਨੇ ਜਾਂ 16 ਮਹੀਨੇ ਤੋਂ ਵੱਧ ਕਰਦੇ ਹੋ ਤਾਂ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ। ਜੇ ਤੁਸੀਂ 1 ਸਾਲ ਦੀ ਸਟੱਡੀ ਕਰਦੇ ਹੋ ਤੁਹਾਨੂੰ 1 ਸਾਲ ਦਾ ਵਰਕ ਪਰਮਿਟ ਮਿਲਦਾ। ਬਟ ਮੇਰੇ ਕੇਸ 'ਚ ਡਿਊਰੇਸ਼ਨ ਵਾਲਾ ਵੀ ਕੋਈ ਇਸ਼ੂ ਨਹੀਂ ਸੀਗਾ। ਮੇਰੀ ਸਟੱਡੀ 1 ਸਾਲ ਦੀ ਸੀਗੀ, ਬਟ ਕਿਉਂਕਿ ਮੈਂ ਮਾਸਟਰਸ ਕੀਤੀ ਸੀਗੀ ਅਤੇ ਮਾਸਟਰਸ ਦੇ ਵਿੱਚ ਉਹਨਾਂ ਨੇ ਉਹਨੂੰ ਐਜ਼ ਅ ਹਾਇਰ ਐਜੂਕੇਸ਼ਨ ਕੰਸੀਡਰ ਕਰਕੇ ਮੈਨੂੰ 3 ਸਾਲ ਦਾ ਵਰਕ ਪਰਮਿਟ ਦਿੱਤਾ। ਬਟ ਹਾਂ, ਇੱਕ ਹੋਰ ਚੀਜ਼ ਹੋਰ ਨੇ, ਦੇ ਗੋਟ 1 ਈਅਰ ਵਰਕ ਪਰਮਿਟ। ਮੇਰੇ ਨਾਲ ਜਿਹੜੇ ਮੇਰੇ ਕਲਾਸਮੇਟ ਸੀ ਉਹਨਾਂ ਨੂੰ 1 ਸਾਲ ਦਾ ਵਰਕ ਪਰਮਿਟ ਮਿਲਿਆ, ਕਈਆਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲਿਆ। ਇਹ ਆਫਿਸਰ 'ਤੇ ਵੀ ਡਿਪੈਂਡ ਕਰਦਾ ਕਿ ਤੁਹਾਡੀ ਮਾਸਟਰਸ ਨੂੰ ਉਹ ਕੰਸੀਡਰ ਕਰਦਾ ਕਿ ਨਹੀਂ ਕਰਦਾ। ਸੋ ਇਹ ਹੋ ਗਈ ਵਰਕ ਪਰਮਿਟ ਦੀ ਗੱਲ। ਇਸ ਤੋਂ ਬਾਅਦ ਆ ਗਈ PR ਦੀ ਗੱਲ। ਜਿੱਦਾਂ ਤੁਸੀਂ ਜਦੋਂ ਬੀਟੈਕ ਕਰਕੇ ਆਉਣੇ ਹੋ ਤਾਂ ਤੁਹਾਡੇ ਓਬਵੀਅਸਲੀ ਤੁਹਾਡੇ ਜਿਹੜੇ ਸਟੱਡੀ ਦੇ ਮਾਰਕਸ ਨੇ ਉਹ ਤੁਹਾਡੇ ਡਿਪਲੋਮੇ ਤੋਂ ਵੱਧਦੇ ਨੇ। ਪਰ ਹਾਂ, ਜੇ ਤੁਸੀਂ ਕੈਨੇਡਾ ਦੇ ਵਿੱਚ ਸਟੱਡੀ ਕੀਤੀ ਆ ਤਾਂ ਉਹਦੇ ਵੀ ਤੁਹਾਨੂੰ ਨੰਬਰ ਮਿਲਦੇ ਨੇ। ਪਰ ਜੇ ਤੁਸੀਂ +2 ਤੋਂ ਬਾਅਦ ਆਉਣੇ ਹੋ, ਜਿਵੇਂ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਓਨਟਾਰੀਓ ਦੇ ਵਿੱਚ ਥੋੜ੍ਹੀ PR ਔਖੀ ਆ, ਕਿਉਂਕਿ ਇੱਥੇ ਤੁਹਾਨੂੰ ਉਹਦੇ ਵਿੱਚ ਨੌਕ ਵੀ ਦੇ ਵਿੱਚ ਜੋਬ ਲੈਣੀ ਪੈਂਦੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿਹਦੇ ਕਰਕੇ ਤੁਹਾਨੂੰ PNP ਲਈ ਤੁਸੀਂ ਐਲੀਜੀਬਲ ਹੁੰਦੇ ਹੋ ਜਾਂ ਤੁਸੀਂ CEC ਲਈ ਐਲੀਜੀਬਲ ਹੁੰਦੇ ਹੋ। ਜਿਹੜੀ ਸੋ ਇਹਦੇ ਉੱਤੇ ਵੀ ਮੈਂ ਅਲੱਗ ਇੱਕ ਬਲੌਗ ਬਣਾਵਾਂਗੀ ਇਮੀਗ੍ਰੇਸ਼ਨ ਦੇ ਉੱਤੇ। ਇਹਦੇ ਵਿੱਚ ਵੀ ਬਹੁਤ ਕੈਟਾਗਰੀਜ਼ ਨੇ ਜਿਹਦੇ ਵਿੱਚ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ ਸਕਦੇ ਹੋ। ਪਰ ਜਦੋਂ ਤੁਸੀਂ ਬੀਟੈਕ ਕਰਕੇ ਆਉਂਦੇ ਹੋ ਅਤੇ ਉਸ ਤੋਂ ਬਾਅਦ ਡਿਪਲੋਮਾ ਕਰਦੇ ਹੋ ਤਾਂ ਉਦੋਂ ਬਾਅਦ ਤੁਹਾਡੇ ਮਾਰਕਸ ਜ਼ਿਆਦਾ ਬਣਦੇ ਨੇ ਰੈਦਰ ਦੈਨ ਇਕੱਲਾ ਸਿੱਧਾ ਜਦੋਂ ਤੁਸੀਂ ਡਿਪਲੋਮਾ ਕਰਦੇ ਹੋ। ਤਾਂ ਕਰਕੇ ਉਹਨਾਂ ਨੂੰ ਇਸ ਦੇ ਉੱਤੇ ਥੋੜ੍ਹੀ ਈਜ਼ੀ ਵੇ ਆਊਟ ਆ ਕਿ ਉਹਨਾਂ ਦੀ PR ਹੋ ਜਾਂਦੀ ਹੈ। ਜ਼ਿਆਦਾਤਰ ਲੋਕਾਂ ਨੂੰ ਨਹੀਂ ਤਾਂ ਮੂਵ ਕਰਨਾ ਪੈਂਦਾ ਦੂਸਰੀਆਂ ਪ੍ਰੋਵਿੰਸਿਸ ਦੇ ਵਿੱਚ, ਜਿੱਦਾਂ ਮੈਨੀਟੋਬਾ, ਸਸਕੈਚੁਆਨ। ਅੱਜ ਕੱਲ੍ਹ ਮੈਨੀਟੋਬਾ ਦੇ ਵਿੱਚ ਵੀ ਥੋੜ੍ਹੇ ਰੂਲ ਸਟ੍ਰਿਕਟ ਹੋਏ ਨੇ ਇਮੀਗ੍ਰੇਸ਼ਨ PR ਦੇ ਰਿਲੇਟਡ। ਸੋ ਇਹ ਸਾਰੀਆਂ ਚੀਜ਼ਾਂ ਨੇ, ਇਹ ਬਹੁਤ ਕੰਪਲੈਕਸ ਨੇ। ਤੁਹਾਨੂੰ ਇੱਕ ਪੁਆਇੰਟ 'ਤੇ ਆਪਣੇ ਆਪ ਨੂੰ ਵੈਲਿਊਏਟ ਕਰਨਾ ਪੈਂਦਾ ਕਿ ਹਾਂ ਮੈਂ ਠੀਕ ਹੈ, ਮੈਂ ਸਟੱਡੀ ਲੈਣੀ ਹੈ, ਮੈਂ +2 ਤੋਂ ਬਾਅਦ ਲੈਣੀ ਹੈ, ਮੈਂ ਬੈਚਲਰਸ ਤੋਂ ਬਾਅਦ। ਠੀਕ ਹੈ, ਤੁਸੀਂ ਬੈਚਲਰਸ ਕਰ ਲਈ, ਮੈਂ ਕਿਹੜੀ ਸਟੱਡੀ ਲੈਣੀ ਆ ਅਤੇ ਮੈਂ ਕਿੱਥੇ ਲੈਣੀ ਆ, ਉਹ ਵੀ ਇੱਕ ਬਹੁਤ ਵੱਡਾ ਫੈਕਟਰ ਆ। ਜੇ ਤੁਸੀਂ ਬ੍ਰਿਟਿਸ਼ ਕੋਲੰਬੀਆ ਦੀ ਜਗ੍ਹਾ 'ਤੇ ਨੋਵਾ ਸਕੋਸ਼ੀਆ ਵਰਗੀ ਪ੍ਰੋਵਿੰਸਿਸ ਦੇ ਵਿੱਚ ਸਟੱਡੀ ਲੈਂਦੇ ਹੋ ਤਾਂ ਉੱਥੇ ਥੋੜ੍ਹੇ ਨੋਰਮਸ ਈਜ਼ੀ ਨੇ, ਤੁਹਾਨੂੰ PR ਥੋੜ੍ਹੀ ਈਜ਼ੀਲੀ ਮਿਲ ਸਕਦੀ ਆ। ਅਤੇ ਹੁਣ ਕਈ ਇਹੋ ਜਿਹੇ ਵੀ ਕਾਲਜਿਸ ਨੇ ਜਿਨ੍ਹਾਂ ਦੇ ਵਿੱਚ ਕਈ ਕੋਰਸਿਸ ਨੇ, ਜੇ ਤੁਸੀਂ ਉਹ ਸਿੱਧੇ ਕੋਰਸਿਸ ਕਰਦੇ ਹੋ
ਉਸ ਤੋਂ ਬਾਅਦ ਤੁਸੀਂ PR ਲਈ ਐਲੀਜੀਬਲ ਹੁੰਦੇ ਹੋ। ਜਿੱਦਾਂ ਕਿ ਮੇਰਾ ਕੋਰਸ ਸੀਗਾ, ਮੈਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਜਿਹੜੀ ਇੱਕ ਪਬਲਿਕ ਯੂਨੀਵਰਸਿਟੀ ਕੀਤੀ ਸੀ, ਤੇ ਉਸ ਮਾਸਟਰਸ ਦੇ ਬੇਸਿਸ ਤੇ ਮੈਂ ਪੋਸਟ ਗ੍ਰੈਜੂਏਟ PNP ਅਪਲਾਈ ਕੀਤੀ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਿੱਚ, ਤੇ ਮੈਨੂੰ ਫਿਰ PNP ਅਪਰੂਵ ਹੋਈ। ਉਸ ਤੋਂ ਬਾਅਦ ਮੈਂ ਐਕਸਪ੍ਰੈਸ ਐਂਟਰੀ ਲਗਾਈ ਕਿਉਂਕਿ ਮੇਰੇ ਕੋਲ ਇੰਡੀਆ ਦਾ ਐਕਸਪੀਰੀਅੰਸ ਸੀਗਾ। ਫਿਰ ਮੇਰੀ ਐਕਸਪ੍ਰੈਸ ਐਂਟਰੀ ਅਪਰੂਵ ਹੋ ਕੇ ਮੈਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲੀ। ਸੋ ਜੇ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਜਦ ਤੁਸੀਂ ਇੱਥੇ ਆ ਰਹੇ ਹੋ, ਤਾਂ ਜੇ ਤੁਸੀਂ ਇੱਥੇ ਕੋਈ ਮਾਸਟਰਸ ਜਾਂ ਡਿਗਰੀ ਪ੍ਰੋਗਰਾਮ ਲੈ ਕੇ ਆ ਰਹੇ ਹੋ ਤੇ ਕਿਸੇ ਪਬਲਿਕ ਯੂਨੀਵਰਸਿਟੀ 'ਚ ਤੁਸੀਂ ਫੁੱਲ ਟਾਈਮ ਸਟੂਡੈਂਟ ਹੋ, ਲਈ ਸਿੱਧੀ ਐਲੀਜੀਬਲ ਹੋ। ਤੁਹਾਨੂੰ 1 ਸਾਲ ਕੰਮ ਕਰਨ ਦੀ ਲੋੜ, ਤੁਸੀਂ ਸਿੱਧਾ ਆਪਣੀ ਸਟੱਡੀ ਤੋਂ ਬਾਅਦ PR ਲਗਾ ਸਕਦੇ ਹੋ। ਮੈਂ ਸਟੱਡੀ ਦੇ ਉੱਤੇ ਇੱਕ ਓਵਰਆਲ ਬਲੌਗ ਬਣਾਇਆ ਸੀਗਾ। ਇਹਦੇ ਰਿਲੇਟਡ ਤੁਹਾਨੂੰ ਕੋਈ ਵੀ ਕੁਐਸਚਨਸ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪਾਓ। ਮੈਂ ਕੋਸ਼ਿਸ਼ ਕਰਾਂਗੀ ਕਿ ਜਿਹੜੇ ਕਮੈਂਟਸ ਮੈਨੂੰ ਜ਼ਿਆਦਾ ਆਏ ਉਹਨਾਂ 'ਤੇ ਇੱਕ ਹੋਰ ਬਲੌਗ ਬਣਾਉਣ ਦੇ, ਤਾਂ ਕਿ ਸਾਨੂੰ ਡਿਟੇਲ ਦੇ ਵਿੱਚ ਮੈਂ ਸਮਝਾ ਸਕਾਂ ਕੀ ਸਿਸਟਮ ਆ ਅਤੇ ਕਿੱਦਾਂ ਤੁਸੀਂ ਇੱਥੇ ਆ ਸਕਦੇ ਹੋ। ਅਤੇ ਮੇਰਾ ਬਲੌਗ ਦੇਖਣ ਲਈ, ਮੈਨੂੰ ਐਪਰੀਸ਼ੀਏਟ ਕਰਨ ਲਈ ਥੈਂਕ ਯੂ ਸੋ ਮਚ ਗਾਈਜ਼। ਤੁਹਾਡੀ ਲਾਈਕਸ, ਤੁਹਾਡੇ ਕਮੈਂਟਸ, ਤੁਹਾਡੇ ਵਿਊਜ਼ ਮੈਨੂੰ ਬਹੁਤ ਮੋਟੀਵੇਸ਼ਨ ਦਿੰਦੇ ਨੇ, ਐਂਡ ਆਈ ਐਮ ਲੁਕਿੰਗ ਫਾਰਵਰਡ ਟੂ ਪੋਸਟ ਦਿਸ ਬਲੌਗ। ਮੈਂ ਬਲੌਗ ਮਚ। God bless you.